हेलो स्टूडेंट्स, डी मॉविस थ्योरम दी एप्लीकेशन दे कुछ और क्वेश्चंस देखते हैं। हियर इज़ वन ऑफ द क्वेश्चन फ्रॉम द एक्सरसाइज that the product of two roots of nth root of unity is also a nth root of unity. Unity means 1, nth root मतलब 1 the power 1 upon n. So nth root of unity means 1 raised to power 1 upon n. ਇੱਦਾਂ ਜੇ ਤੁਹਾਨੂੰ ਪੁੱਛਿਆ ਹੋਵੇ 7th root of unity means 1 the power 1 upon 7. ਸੋ ਇਹਨੂੰ ਆਪਾਂ ਸੋਲਵ ਕਰਨਾ ਦੇਖਿਆ ਕਿ ਜਦੋਂ 1 ਹੋਵੇ ਤਾਂ ਉਹਨੂੰ ਆਪਾਂ ਸਿਸ 0 ਯਾਨੀ ਕਿ cos 0 plus iota sin 0 ਲਿਖ ਲੈਂਦੇ ਆ। 1 upon n ਪਾਵਰ ਜਿਹੜੀ ਫ੍ਰੈਕਸ਼ਨਲ ਪਾਵਰ ਆ ਤੇ ਇਹਨੂੰ ਐਂਗਲ ਦੇ ਵਿੱਚ ਉਦੋਂ ਹੀ ਲੈ ਕੇ ਜਾਣਾ ਜਦੋਂ ਐਂਗਲ ਨੂੰ ਅਸੀਂ 2n ਪਾਈ ਇਨਕਰੀਜ਼ ਕਰ ਦਈਏ, ਐਡ ਕਰ ਦਈਏ। ਹੁਣ ਇਹਦੇ 'ਚ ਕਿਉਂਕਿ n ਪਹਿਲੇ ਸੀਗਾ ਕੁਐਸਚਨ ਦੇ ਵਿੱਚ ਤਾਂ ਇੱਥੇ ਆਪਾਂ 2r ਪਾਈ ਲੈ ਲੈਂਦੇ ਹਾਂ। ਵੀ ਟੇਕ r ਐਜ਼ ਦੀ ਨੰਬਰ ਵੇਰੀਜ਼ ਫਰੋਮ 0 to n-1, ਠੀਕ ਹੈ। ਤਾਂ 2r ਪਾਈ ਐਡ ਕਰ ਦਿੱਤਾ ਐਂਗਲ ਦੇ ਵਿੱਚ ਤੇ ਹੁਣ ਆਪਾਂ 1 upon n ਨੂੰ ਇੱਥੇ ਐਂਗਲ ਨਾਲ ਮਲਟੀਪਲਾਈ ਕਰ ਸਕਦੇ ਹਾਂ। ਸੋ ਇਟ ਬਿਕਮ cos 2r ਪਾਈ upon n plus iota sin 2r ਪਾਈ upon n where r ਦੀ ਵੈਲਿਊ ਆਏਗੀ 0 1 2 3 up to n-1। ਜਿੰਨੀ ਆ ਫ੍ਰੈਕਸ਼ਨਲ ਪਾਵਰ ਹੋਵੇ ਨਾ ਉਹ ਤੋਂ ਇੱਕ ਲੈਸ ਤੱਕ ਆਪਾਂ ਲੈ ਕੇ ਜਾਣਾ ਆ r ਦੀ ਵੈਲਿਊ ਨੂੰ। ਸੋ ਇਹ ਹੋ ਗਿਆ nth ਰੂਟ ਆਫ ਯੂਨਿਟੀ। ਮੀਨਸ ਇਹਦੇ ਵਿੱਚ ਤੁਸੀਂ r ਦੀ ਵੈਲਿਊ 0 ਪੁੱਟ ਕਰਾਂਗੇ, 1 ਪੁੱਟ ਕਰਾਂਗੇ, n-1 ਇਸ ਤਰੀਕੇ ਨਾਲ ਵੈਲਿਊਜ਼ ਵਿੱਚ ਪੁੱਟ ਕਰਦੇ ਜਾਵਾਂਗੇ ਤਾਂ ਸਾਡੇ ਕੋਲ n ਇਹਦੀਆਂ ਵੈਲਿਊਜ਼ ਆ ਜਾਣਗੀਆਂ। ਤੋ ਦੀਜ਼ ਆਰ ਦੀ nth ਰੂਟ ਆਫ ਯੂਨਿਟੀ, ਠੀਕ ਹੈ। ਹੁਣ ਆਪਣਾ ਕੁਐਸਚਨ ਕੀ ਆ ਕਿ ਅਗਰ ਕੋਈ ਵੀ ਦੋ ਇਹਦੇ ਵਿੱਚ ਰੂਟ ਲੈ ਲਈਏ, ਜਿਹੜੇ ਹੁਣ ਆ ਮੈਂ ਇੱਕ ਵੈਲਿਊ ਲਿਖੀ ਆ ਇਹਦੇ ਵਿੱਚ r ਦੀ ਵੈਲਿਊ ਜਦੋਂ ਆਪਾਂ ਪੁੱਟ ਕਰਨੀ ਆ ਉਹਦੇ ਵਿੱਚ ਅਗਰ ਆਪਾਂ 2 ਡਿਫਰੈਂਟ ਰੂਟ ਲੈ ਲਈਏ ਤਾਂ ਉਹਨਾਂ ਦੀ ਜਿਹੜੀ ਪ੍ਰੋਡਕਟ ਹੋਏਗੀ ਉਹ ਵੀ nth ਰੂਟ ਹੋਏਗਾ। ਇਹ ਆਪਾਂ ਪ੍ਰੂਵ ਕਰਨਾ। ਸੋ ਇਹਦੇ ਲਈ ਅਸੀਂ ਕੀ ਕਰਨਾ, ਦੋ ਰੂਟ ਲੈ ਲਏ ਇਹਦੇ ਵਿੱਚੋਂ, 2 root from the nth root of unity। ਇਹਦੇ ਵਿੱਚ ਦੋ ਰੂਟ ਲੈ ਲਏ। ਹੁਣ ਦੋ ਰੂਟ ਕਿਹੜੇ ਲੈਣੇ ਆ, ਰੈਂਡਮਲੀ ਲੈਣੇ। ਇਸ ਕਰਕੇ ਅਸੀਂ ਇੱਥੇ ਜਿਹੜੀ r ਦੀ ਵੈਲਿਊ ਪੁੱਟ ਕਰਨੀ ਸੀ ਨਾ ਤਾਂ r ਦੀ ਵੈਲਿਊ ਇੱਕ ਵਾਰੀ l ਲੈ ਲਈ ਤੇ ਇੱਕ ਵਾਰੀ m ਲੈ ਲਈ। ਸੋ ਇਹ ਸਾਡੇ ਕੋਲ ਦੋ ਰੂਟ ਹੋ ਗਏ nth root of unity ਦੇ। ਹੁਣ ਇਹਦੇ ਵਿੱਚ ਇਹ ਖਿਆਲ ਰੱਖਣਾ ਕਿ l ਤੇ m ਇਹ ਦੋਨੋਂ ਹੀ ਜਿਹੜੇ ਆ ਨੰਬਰਸ ਕੀ ਆ, ਇਹ 0 ਤੋਂ ਲੈ ਕੇ n-1 ਤੱਕ ਹੀ ਆਉਂਦੇ ਆ, ਠੀਕ ਹੈ। ਹੁਣ ਇਹਨਾਂ ਦੀ ਪ੍ਰੋਡਕਟ ਦੇਖਦੇ ਹਾਂ ਜਦੋਂ ਆਪਾਂ ਦੋਨਾਂ ਨੂੰ ਮਲਟੀਪਲਾਈ ਕਰਨਾ, ਕਿਉਂਕਿ ਇਹ ਦੋਨੋਂ ਹੀ ਸਿਸ ਦੀ ਫਾਰਮ ਦੇ ਵਿੱਚ ਆ ਤਾਂ ਪ੍ਰੋਡਕਟ ਦੇ ਵਿੱਚ ਕੀ ਹੋਏਗਾ, ਐਂਗਲ ਐਡ ਹੋ ਜਾਏਗਾ। ਦੋਨਾਂ ਦੇ ਐਂਗਲ ਐਡ ਹੋ ਗਏ। ਹੁਣ ਜਦੋਂ ਐਂਗਲ ਐਡ ਹੋ ਗਏ ਇਹਨਾਂ ਦੇ ਵਿੱਚ ਤਾਂ ਆਪਾਂ ਦੇਖਿਆ ਕਿ ਆ ਗਿਆ 2 into m plus l ਪਾਈ upon n। ਇਹ ਐਂਗਲ ਇਹਦਾ ਬਣ ਗਿਆ, ਠੀਕ ਹੈ। ਹੁਣ ਇਹ ਜਿਹੜਾ ਆ ਪ੍ਰੋਡਕਟ ਜਿਹੜਾ ਆ ਇਹ ਵੀ nth ਰੂਟ ਆਫ ਯੂਨਿਟੀ ਹੋਏਗਾ ਅਗਰ ਇਹ ਜਿਹੜੀ ਵੈਲਿਊ ਉਹ ਵੀ ਇਹਨਾਂ ਵਿੱਚ ਹੋਵੇ ਜਿਹੜੀ ਆਪਾਂ ਉੱਪਰ ਲਿਖੀ ਹੋਈਆਂ ਆ ਟੋਟਲ ਆਪਾਂ nth ਰੂਟ ਆਫ ਯੂਨਿਟੀ ਲਿਖੇ ਇਹਦੇ ਵਿੱਚ ਹੀ ਆ ਵੈਲਿਊ ਹੋਣੀ ਚਾਹੀਦੀ ਹੈ। ਤਾਂ ਆਪਾਂ ਇਹਦੇ ਵਿੱਚ ਦੇਖੀਏ ਬਾਕੀ ਸਾਰੀ ਚੀਜ਼ਾਂ ਤਾਂ ਠੀਕ ਹੈ। r ਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ m plus l। ਹੁਣ ਅਗਰ m plus l ਵੀ 0 ਤੋਂ ਲੈ ਕੇ n-1 ਤੱਕ ਹੋਏਗਾ ਦੈਨ ਵੀ ਵਿਲ ਸੇ ਕਿ ਯੈਸ ਕਿ ਇਹ ਇਹਨਾਂ ਦੇ ਵਿੱਚੋਂ ਹੀ ਇੱਕ ਵੈਲਿਊ ਹੈ। ਤਾਂ ਆਪਾਂ ਇਹ ਦੇਖਦੇ ਹਾਂ ਕਿ ਕੀ ਆਏਗਾ। ਸੋ ਇਹਦੇ 'ਚ ਸਾਡੇ ਕੋਲ ਦੋ ਕੇਸ ਆ ਜਾਂਦੇ ਆ। ਇੱਕ ਤਾਂ ਇਹ ਹੈ ਕਿ ਇਹ n ਤੋਂ ਛੋਟਾ ਆ। ਅਗਰ ਇਹ n ਤੋਂ ਛੋਟਾ ਹੈ ਫਿਰ ਤਾਂ ਓਬਵੀਅਸਲੀ ਆ ਕਿਉਂਕਿ r ਦੀ ਵੈਲਿਊ ਜਿਹੜੇ ਆਪਾਂ nth ਰੂਟ ਆਫ ਯੂਨਿਟੀ ਲਿਖਿਆ ਉਹ 0 ਤੋਂ ਲੈ ਕੇ n-1 ਤੱਕ ਜਾਂਦੀ ਹੈ। ਅਗਰ ਇਹ ਵੀ ਜਿਹੜਾ ਨੰਬਰ n ਤੋਂ ਲੈਸ ਹੋਏਗਾ ਤਾਂ ਇਹ ਵਨ ਆਫ ਦੀ nth ਰੂਟ ਆਫ ਯੂਨਿਟੀ ਜਿਹੜੇ ਆਲਰੇਡੀ ਲਿਖੇ ਹੋਏ ਆ ਉਹਦੇ ਵਿੱਚ ਹੀ ਵੈਲਿਊ ਆ ਜਾਏਗੀ। ਸੋ ਦਿਸ ਗਿਵ ਅਸ ਦੀ ਰਿਜ਼ਲਟ, ਠੀਕ ਹੈ। ਜਿੱਦਾਂ ਹੁਣ ਇਹਦੇ ਵਿੱਚ ਹੈ ਕਿ ਆ ਵੈਲਿਊ ਜਿਹੜੀ ਹੈ nth ਰੂਟ ਆਫ ਯੂਨਿਟੀ ਆ ਗਈ। ਹੁਣ ਆਪਾਂ ਕਰਦੇ ਸੈਕਿੰਡ ਕੇਸ। ਅਗਰ ਇਹ ਵੱਡਾ ਹੋ ਜਾਂਦਾ n ਤੋਂ, ਅਗਰ ਇਹ ਵੱਡਾ ਹੋ ਜਾਂਦਾ ਫਿਰ ਆਪਾਂ ਡਿਵੀਜ਼ਨ ਐਲਗੋਰਿਥਮ ਲਗਾਉਂਦੇ ਮਤਲਬ ਉਹਨੂੰ ਡਿਵਾਈਡ ਕਰ ਦਾਂਗੇ। l plus m n ਤੋਂ ਵੱਡਾ ਤਾਂ l plus m ਨੂੰ n ਨਾਲ ਡਿਵਾਈਡ ਕਰ ਦਿੱਤਾ। ਆਪਾਂ ਲੋਅਰ ਕਲਾਸਿਸ 'ਚ ਕਰਦੇ ਹਾਂ ਨਾ, ਜਦੋਂ ਆਪਾਂ ਕਿਸੇ ਨੰਬਰ ਨੂੰ ਡਿਵਾਈਡ ਕਰਦੇ ਹਾਂ ਉਹਨੂੰ ਆਪਾਂ ਬੋਲਦੇ ਡਿਵੀਡੈਂਡ। ਜਿੰਨਾ ਡਿਵਾਈਡ ਕਰਦੇ ਹਾਂ ਉਹਨੂੰ ਬੋਲਦੇ ਡਿਵਾਈਜ਼ਰ। n ਨਾਲ ਡਿਵਾਈਡ ਕੀਤਾ ਤੇ ਸਾਡੇ ਕੋਲ ਕੁਛ ਨਾ ਕੁਛ ਕੁਸ਼ਚਨ ਆਏਗਾ, ਉਹਦਾ ਕੁਛ ਰਿਮਾਈਂਡਰ ਆਏਗਾ। ਤੇ ਆਪਾਂ ਨੂੰ ਪਤਾ ਜਿਹੜਾ ਰਿਮਾਈਂਡਰ ਜਦੋਂ ਆਪਾਂ ਡਿਵੀਜ਼ਨ ਕਰਦੇ ਹਮੇਸ਼ਾ ਡਿਵਾਈਜ਼ਰ ਤੋਂ ਛੋਟਾ ਹੁੰਦਾ ਆ। ਤਾਂ ਸਾਡੇ ਕੋਲ ਇੱਥੇ ਜਿਹੜਾ ਰਿਮਾਈਂਡਰ ਆਇਆ r ਉਹ ਡਿਵਾਈਜ਼ਰ n ਤੋਂ ਛੋਟਾ ਹੋਏਗਾ। 0 ਦੇ ਇਕੁਅਲ ਵੀ ਹੋ ਸਕਦਾ ਜੇ ਪੂਰਾ ਡਿਵਾਈਡ ਹੁੰਦਾ ਹੋਵੇ, ਨਹੀਂ ਤਾਂ 0 ਤੋਂ ਗ੍ਰੇਟਰ ਹੁੰਦਾ ਹਮੇਸ਼ਾ ਰਿਮਾਈਂਡਰ। ਸੋ ਇਹ ਸਾਡੇ ਕੋਲ ਆ ਗਈ ਵੈਲਿਊ। ਹੁਣ l plus m ਦੀ ਜਗ੍ਹਾ ਤੇ ਆਪਾਂ ਆ ਪੁੱਟ ਕਰ ਦੇਣਾ ਕਿ ਇਹਦੇ 'ਚ ਜਿੱਥੇ ਆਪਾਂ ਪ੍ਰੋਡਕਟ ਲਿਖਿਆ, ਪ੍ਰੋਡਕਟ ਆਫ 2 ਰੂਟ ਲਿਖਿਆ ਸੀ ਨਾ, ਇਹਦੇ 'ਚ ਅਗਰ ਆਪਾਂ ਇਹਨੂੰ ਪੁੱਟ ਕਰ ਦਈਏ ਦੈਨ ਵਟ ਵੀ ਵਿਲ ਗੈਟ, ਲੈਟ ਅਸ ਸੀ। ਇਹਦੇ ਵਿੱਚ l plus m ਦੀ ਜਗ੍ਹਾ ਤੇ ਆ ਪੁੱਟ ਕਰ ਦਿੱਤਾ। ਹੁਣ ਇਹਨੂੰ ਆਪਾਂ n ਨੂੰ ਦੋਨਾਂ ਦੇ ਨੀਚੇ ਸੈਪਰੇਟ ਕਰ ਲੈਣਾ। ਦੋਨਾਂ ਦਾ ਡਿਨੋਮੀਨੇਟਰ ਜਦੋਂ ਸੈਪਰੇਟ ਕਰਾਂਗੇ ਤਾਂ ਸਾਡੇ ਕੋਲ ਆ cos plus iota sin ਆ ਸਿਸ ਹੀ ਬਣ ਜਾਏਗਾ। ਤਾਂ ਸਿਸ ਆ ਜਾਏਗਾ 2 pi into q, ਕਿਉਂਕਿ ਜਦੋਂ ਇਹਦੇ ਨੀਚੇ ਕਰਨਾ ਨਾ n ਕੱਟ ਜਾਏਗਾ ਤਾਂ 2q into pi ਬਾਹਰ ਜਿਹੜਾ ਉਹ ਤੇ ਪਲੱਸ ਜਿਹੜੀ ਦੂਸਰੀ ਬ੍ਰੈਕਟ ਆਣੀ ਆ 2r pi upon n।
तो ये सिज दी दो टर्म्स बन गया, तो इन्हों फिर तो आप सिज दे विच अलग कर सकते, दो एंगल है ना ऐड हो रहे, तो सिज ऑफ 2 क्यू पाई तो सिज ऑफ 2 आर पाई अपॉन एन। सिज ऑफ 2 क्यू पाई ये की होएगा, ਇਹਦਾ मतलब है cos 2 क्यू पाई प्लस योटा sin 2 क्यू पाई। तो 2 पाई के मल्टीपल के उत्ते cos की वैल्यू होंगी है 1 तो sin की वैल्यू होंगी है 0। तो आ चीज़ तो जी 1 बन गई, तो साढ़े को बचा सिर्फ आ। ठीक है, हुण जे सिर्फ आही बचा तो ये तो आर ऑलरेडी अपन पता ही है रिमाइंडर है 0 तो लैके एन तक आता है। तो ये उही वैल्यू जड़ियाँ आप nth रूट ऑफ यूनिटी उपर लिखिया हुई हेयर वो वैल्यू आ गई, आही वैल्यू आ गई मल्टीप्लाई किया तो साढ़े को आर की वैल्यू 1 तो लैके n-1 तक आ गई। तो प्रोडक्ट की वैल्यू जी आप प्रोडक्ट लिखी सी 1 ऑफ दी nth रूट ऑफ यूनिटी आ गया। मीनस अगर दो nth रूट ऑफ यूनिटी नूं तुसी मल्टीप्लाई करते हैं तो भी प्रोडक्ट जी वो nth रूट यूनिटी ही बनती है। दिस वाज द फस्ट पार्ट। हुण जो सैकेंड पार्ट वो आप प्रूव करना कि रेसिप्रोकल ऑफ nth रूट ऑफ यूनिटी इज़ अगेन nth रूट ऑफ यूनिटी। अगर nth रूट ऑफ यूनिटी नूं रेसिप्रोकल कर दी ओदा तामी वो nth रूट ऑफ यूनिटी ही रहेगा। लेट अस सी इट। सो वी हैव टेकन वन रूट जिहड़ा nth रूट ऑफ यूनिटी उहदे विच एक ले लिया आपां cos 2 l पाई अपॉन n प्लस योटा 2 sin 2 n पाई अपॉन l। तो ये जिहड़ा l है वो है नंबर लैस दैन n, क्योंकि आप जो भी रूट किए हैं ना nth रूट ऑफ यूनिटी वो जोड़ा भी इतने मल्टीपल आएगा जिदा आर सी मतलब आर की जगह तो एल लिया आप। सो दिस इज़ लैस दैन एन। हुण इहदा रेसिप्रोकल सिज की फॉर्म के तो इहदा रेसिप्रोकल आ जाएगा। हुण इहदे विच एक चीज़ जिहड़ी आपां करनी है वो है सिज 2 पाई आप 1 की जगह पर लिखना, क्योंकि 1 जिहड़ा आ वो सिज 2 पाई के इक्वल हुंदा। सिज 2 पाई इज़ 1, सिज 2 पाई इज़ 1 वाई क्योंकि cos 2 पाई 1 होंदा ते sin 2 पाई 0 होंदा है, इस करके सिज की एक्सपेंडिड फॉर्म 1 के बराबर बन जाती है। हुण 1 की जगह पर आप सिज 2 पाई लिख लिया। हुण सिज दे विच दो जिहड़ी टर्म्स डिवाइड हो रही तो एंगल सबट्रैक्ट हो जाएंगे। ठीक है, हुण जो आप एंगल सबट्रैक्ट करना इत्थे एलसीएम ले लिया तो इट इज़ n इज़ द एलसीएम आप पर मल्टीप्लाई कर दिता 2n पाई माइनस 2l पाई, तो उहदे विच 2 भी कॉमन आ गया पाई भी कॉमन आ गया, तो साडे कोल आ टर्म बच गई। तो दिस इज़ cos 2n माइनस l पाई अपॉन n ते योटा साइन 2l माइनस 2n माइनस l पाई अपॉन n। हुण जिहड़ा n माइनस l टर्म आया ये क्योंकि n तो लैस ही होएगी, जो आप n चो कोई चीज़ सबट्रैक्ट करते हैं तो ये नंबर n तो लैस आएगा तो ये ग्रेटर दैन 0 होएगा, क्योंकि जी l की वैल्यू मिनीमम l की वैल्यू जी है वो 0 है। ठीक है, तो मैक्सीमम ये जाती है n-1 तक। तो जो आप n दे विचों l सबट्रैक्ट करांगे l ऑलरेडी n तो छोटा ही आ, तो इसका जो डिफरेंस है पॉजिटिव ही आएगा। सो इट विल बी लाइंग बिटवीन 0 एंड n। तो यही साढ़े कोल nth रूट ऑफ यूनिटी की प्रॉपर्टी सी कि जिहड़ा आ नंबर आ ये आर हुंदा है तो इहदी वैल्यू लाई करदी है 0 तो n दे विच। इहदा मतलब रेसिप्रोकल करके भी ये nth रूट ऑफ यूनिटी ही आया। वन ऑफ दी वैल्यू जिहड़ी आपां लिखिया सी उन्हां विचों ही एक वैल्यू है। Now see this very important question that x raised to power 7 is equal to 1। ਇਹਦਾ ਸੋल्यूशन ਕੀ ਆਏਗਾ ਉਹਨੂੰ ਸੋल्व करना है। उस तो बाद ਇਹਦੇ ਜਿਹੜੇ रूट्स ਆਣਗੇ ਉਹਨਾਂ ਦੀ nth पावर prove that the sum of the nth power of these roots is 7 or 0 accordingly n is or not a multiple of 7। कि ਜਿਹੜੇ रूट ਆਣਗੇ ਤੇ 7 रूट ਆਣਗੇ ना तो 7 रूट्स की nth पावर करनी है उन्होंने ऐड करना है। जो ऐड करांगे सम या तो 7 बनेगा या 0 बनेगा। 7 कदों बनेगा जो n 7 का मल्टीपल होएगा, अगर ये मल्टीपल नहीं है तो सम बनेगा 0। लैट अस सी हाउ टू सॉल्व इट। ये बड़े सारे क्वेश्चन ने एक्सरसाइज दे विच, यू विल ट्राई ऑल दोज। सो आप इनू करते पहले एक्स रेस टू पावर 7 मीनस एक्स की वैल्यू होगी 1 रेस टू पावर 1/7। इस तरीके ना सॉल्व करना, अगर इदा की इक्वेशन दी हो 7 उधर लै जाना 1/7 आ गया। सो फ्रैक्शनल पावर में सॉल्व करने का सानू मैथड पता है कि 1 नूं आपां सिज की फॉर्म च लिख लिया सिज 0 तो 1/7 नूं अंदर लैके जाने तो पहला एंगल नूं 2n पाई इनक्रीज कर दिता। 0 + 2n पाई हो जाना तो 7 जिहड़ा है वो डिवाइड च आ जाएगा। तो ये बन गए साढ़े सिज की फॉर्म च आ गया cos 2n पाई/7 प्लस योटा sin 2n पाई/7 वेयर n की वैल्यू कितने तक आनी है 7 तो एक लैस तक, यानी कि 6 तक 0 1 2 3 अप टू 6।
ਤੇ ਜਦੋਂ ਆਪਾਂ n ਦੀਆਂ ਇਹ ਵੈਲਿਊਜ਼ ਇਹਦੇ ਵਿੱਚ ਪੁੱਟ ਕਰਾਂਗੇ ਨਾ, ਸਿਸ ਦੀ ਫਾਰਮ 'ਚ ਇੱਥੇ ਲਿਖ ਲੈਣਾ ਸਿਸ ਇਜ਼ x is sis 2n pi upon 7 ਤੇ n ਦੀ ਵੈਲਿਊ 0 1 2 3 4 5 6 ਤੱਕ ਪੁੱਟ ਕਰਕੇ ਸਾਡੇ ਕੋਲ 7 ਵੈਲਿਊਜ਼ ਆ ਗਈਆਂ। ਉਸ ਤੋਂ ਬਾਅਦ ਅਸੀਂ ਕਰਨਾ ਕਿ ਇਹਨਾਂ ਦੀ nth ਪਾਵਰ ਕਰਨੀ ਹੈ, ਮਤਲਬ ਹਰ ਇੱਕ ਦੀ ਪਾਵਰ n ਲਗਾ ਦੇਣੀ ਹੈ। ਤਾਂ ਜਿਹੜੇ ਆ ਰੂਟ ਲਿਖਿਆ ਸਾਰਿਆਂ ਦੀ ਪਾਵਰ n ਲਗਾਤੀ। ਹੁਣ ਇਹ 'ਚ ਇੱਕ ਚੀਜ਼ ਧਿਆਨ ਕਰਨ ਵਾਲੀ ਹੈ, ਜਦੋਂ ਆਪਾਂ ਇਹਦੀ ਪਾਵਰ ਕਰਾਂਗੇ ਨਾ n, ਤਾਂ ਕਿਉਂਕਿ ਸਿਸ ਦੀ ਫਾਰਮ 'ਚ ਹੀ ਆ ਹੈ ਨਾ, ਇੱਥੇ ਡਿਮੋਵਿਸ ਥਿਓਰਮ ਲੱਗ ਜਾਣੀ, n ਪਾਵਰ ਜਿਹੜੀ ਆ ਉਹ ਐਂਗਲ 'ਚ ਸਾਰਿਆਂ ਨਾਲ ਮਲਟੀਪਲਾਈ ਹੋ ਜਾਣੀ। ਉਸ ਤੋਂ ਬਾਅਦ ਕੀ ਕਰਨਾ ਆ, ਇੱਥੇ ਤੱਕ ਤਾਂ ਹੋ ਗਿਆ। ਉਸ ਤੋਂ ਬਾਅਦ ਅਸੀਂ ਕੀ ਦੇਖਿਆ ਕਿ ਆਹ ਸਿਸ 2n ਪਾਈ ਆ, ਅੱਗੇ ਸਿਸ 4n ਪਾਈ, ਜਿਹੜਾ ਸਿਸ 4n ਪਾਈ ਆ ਉਹਨੂੰ ਸਿਸ 2n ਪਾਈ ਦਾ ਸਕੇਅਰ ਲਿਖ ਸਕਦੇ ਆ। ਅਗੇਨ ਡਿਮੋਵਿਸ ਥਿਓਰਮ ਹੈ ਇੱਥੇ। ਜਿਹੜਾ 6 ਸੀ ਉਹਨੂੰ 2n ਪਾਈ, ਮਤਲਬ 2n ਪਾਈ upon 7 ਦੀ ਹੀ ਪਾਵਰ ਲਿਖੀ ਜਾਣੀ ਆਪਾਂ। ਇਹ ਪਾਵਰ 2 ਆ ਜਾਏਗਾ, ਇਹ ਪਾਵਰ 3 ਆ ਜਾਏਗਾ, ਇਹ ਪਾਵਰ 4 ਆ ਜਾਏਗਾ, ਠੀਕ ਹੈ, 5 ਤੇ 6। ਤਾਂ ਇਹਦੇ ਵਿੱਚੋਂ ਹਰ ਇੱਕ ਦੇ ਵਿੱਚੋਂ 2n ਪਾਈ upon 7 ਅੰਦਰ ਰੱਖਣਾ ਐਂਗਲ, ਬਾਕੀ ਜਿਹੜਾ ਉਹ ਪਾਵਰਸ ਲਿਖ ਦੇਣੀ ਆ। ਤਾਂ ਇਹ ਸਾਡੇ ਕੋਲ ਆ ਗਏ nth ਪਾਵਰ ਆਫ ਰੂਟਸ ਦੀ nth ਪਾਵਰ ਕਰਨ ਤੋਂ ਬਾਅਦ ਆ ਸਾਡੇ ਕੋਲ ਆਏ। ਤਾਂ ਆਪਾਂ ਇਹਨੂੰ ਧਿਆਨ ਨਾਲ ਦੇਖੀਏ ਤਾਂ ਇਹ ਸਿਸ 2n ਪਾਈ upon 7 ਦੀਆਂ ਹੀ ਪਾਵਰਸ ਆ, ਠੀਕ ਹੈ। ਤਾਂ ਇੱਕ GP ਸੀਰੀਜ਼ ਬਣਦੀ ਪਈ ਹੈ ਜਿਹਦਾ ਆਪਾਂ ਸਮ ਕਰਨਾ ਆ। ਤਾਂ ਪਹਿਲਾ ਕੇਸ ਆਪਾਂ ਇਹਦੇ 'ਚ ਡਿਸਕਸ ਕਰਦੇ, ਜਿੱਦਾਂ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਗਰ 7 ਦਾ ਮਲਟੀਪਲ ਨਹੀਂ ਹੈ, n ਇਜ਼ ਨਾਟ ਅ ਮਲਟੀਪਲ ਆਫ 7, ਕੇਸ ਫਸਟ, ਤਾਂ ਫਿਰ ਕੀ ਹੈ, ਸਮ ਕੀ ਹੋਏਗਾ, ਸਮ GP ਸੀਰੀਜ਼ ਦਾ ਸਮ ਆ ਜਾਣਾ, ਜਿਹਦੇ ਵਿੱਚ ਕਿ ਫਸਟ ਟਰਮ ਇਹਦੀ 1 ਹੈ, a ਇਜ਼ 1, ਕਾਮਨ ਰੇਸ਼ੋ ਹੈਗੀ ਆ ਸਿਸ 2n ਪਾਈ upon 7, ਕਿਉਂਕਿ ਇਹਦੀਆਂ ਹੀ ਪਾਵਰਸ ਆ ਰਹੀਆਂ। ਸੋ ਦਿਸ ਇਜ਼ r। ਸੋ ਸਮ ਦਾ ਫਾਰਮੂਲਾ ਲਗਾ ਦੇਣਾ a into 1 minus r raised to power number of terms ਦਾ ਸਾਡੇ ਕੋਲ 7 ਹੈ, 7 upon 1 minus sis 2n pi upon 7 ਜਾਣੀ ਕਿ r ਦੀ ਵੈਲਿਊ 1 minus r। ਸੋ ਇਹ ਫਾਰਮੂਲਾ ਲਗਾਤਾ a into 1 minus r raised to power 7 upon 1 minus r, ਤੇ r ਦੀ ਵੈਲਿਊ ਸਾਡੇ ਕੋਲ ਇਹ ਹੈ sis 2n pi upon 7। ਹੁਣ ਜਿਹੜਾ 7 ਸੀਗਾ ਇੱਥੇ ਆ ਉੱਪਰ, ਠੀਕ ਹੈ, ਸਿਸ ਦੇ ਵਿੱਚ 7 ਜਿਹੜਾ ਆ ਮਲਟੀਪਲਾਈ ਹੋ ਜਾਣਾ ਹੈ ਐਂਗਲ ਦੇ ਵਿੱਚ, ਇਹ 2n ਪਾਈ ਰਹਿ ਗਿਆ, ਤੇ ਸਿਸ 2n ਪਾਈ 1 ਹੁੰਦਾ ਹੈ। ਸਾਨੂੰ ਪਤਾ ਕਿ ਸਿਸ ਜਾਣੀ ਕਿ cos 2n ਪਾਈ 1 ਹੈ ਤੇ sin 2n ਪਾਈ ਇਜ਼ 0, ਤੇ ਤਾਂ ਕਰਕੇ ਸਿਸ 2n ਪਾਈ ਦੀ ਵੈਲਿਊ ਜਿਹੜੀ ਆ ਉਹ 1 ਆ ਜਾਣੀ ਹੈ, ਕਿਉਂਕਿ sin ਦੀ ਤਾਂ 0 ਹੁੰਦੀ, ਤੇ 1 minus 1 is 0। ਸੋ ਦੈਟ ਗਿਵ ਅਸ ਦੀ ਫਸਟ ਕੇਸ, ਰਿਜ਼ਲਟ ਆਫ ਫਸਟ ਕੇਸ। ਹੁਣ ਆਪਾਂ ਕਰਦੇ ਹਾਂ ਸੈਕਿੰਡ ਕੇਸ ਦੇ ਵਿੱਚ ਕੀ ਆ, ਅਗਰ n ਇਜ਼ ਨਾਟ ਅ if n is a multiple of 7, not ਤਾਂ ਆਪਾਂ ਕਰ ਲਿਆ ਨਾ, if n is a multiple of 7, ਅਗਰ multiple of 7 ਹੈ ਮਤਲਬ n ਨੂੰ 7 into some number 7 into k ਲਿਖ ਲਿਆ। ਜਦੋਂ ਆਪਾਂ ਇਹਦੇ ਵਿੱਚ ਆ ਸਮ ਇਹਨਾਂ ਦਾ ਕਰਨਾ ਨਾ, ਆਪਾਂ ਇਹਨਾਂ ਦੇ ਵਿੱਚ ਅਗਰ ਆਪਾਂ n ਨੂੰ 7k ਲਿਖ ਦਈਏ ਤਾਂ ਨੀਚੇ 7 ਆਉਂਦਾ ਸੀ ਨਾ ਹਰ ਇੱਕ ਦੇ ਵਿੱਚ, n ਦੀ ਜਗ੍ਹਾ ਤੇ ਜਦੋਂ 7k ਲਿਖਾਂਗੇ ਤਾਂ 7 ਉੱਪਰ ਵਾਲਾ ਕੱਟ ਕੇ ਇਕੱਲਾ k ਰਹਿ ਜਾਣਾ ਉੱਪਰ, ਠੀਕ ਹੈ। ਸੋ ਇਹ ਜਿਹੜੇ ਰੂਟ ਹੈ ਉਹ ਬਣ ਜਾਣਗੇ ਸਿਸ 2k ਪਾਈ, ਸਿਸ 4k ਪਾਈ ਐਂਡ ਸੋ ਔਨ। ਤੁਸੀਂ ਚਾਹੇ ਇੱਥੇ ਪੁੱਟ ਕਰ ਦਿਓ, ਆ ਇਹਦੇ ਵਿੱਚ n ਦੀ ਜਗ੍ਹਾ ਤੇ 7k ਪੁੱਟ ਕਰਾਂਗੇ, 7 ਕੱਟ ਜਾਏਗਾ, k ਰਹਿ ਜਾਣਾ, ਠੀਕ ਹੈ। ਸੋ ਇਹ ਵੈਲਿਊਜ਼ ਪੁੱਟ ਕਰਨ ਤੋਂ ਬਾਅਦ ਸਾਡੇ ਕੋਲ ਆ ਗਿਆ। ਹੁਣ ਸਿਸ 2k ਪਾਈ ਇਜ਼ 1, ਸਿਸ 4k ਪਾਈ ਇਜ਼ ਅਗੇਨ 1। ਜਦੋਂ ਵੀ ਆਪਾਂ 2 ਪਾਈ ਦੇ ਮਲਟੀਪਲ ਦੇ ਉੱਤੇ ਕਰਦੇ ਆ ਨਾ, cos ਦੀ ਵੈਲਿਊ ਜੇ 2k ਪਾਈ ਹੋਵੇ, ਜਾਣੀ ਕਿ 2 ਪਾਈ ਦੇ ਮਲਟੀਪਲ ਦੇ ਉੱਤੇ 1 ਹੁੰਦੀ ਹੈ, ਤੇ sin ਦੀ ਵੈਲਿਊ ਹੁੰਦੀ ਹੈ 0। ਤਾਂ ਇਸ ਕਰਕੇ ਇਹ ਸਾਰੀ ਵੈਲਿਊਜ਼ ਆ ਜਾਣੀ ਇਕੁਅਲ ਟੂ 1। ਕਿੰਨੀਆਂ ਟਰਮਸ ਸੀ ਸਾਡੇ ਕੋਲ, 7 ਟਰਮਸ ਸੀ, ਤੇ 1 1 1 7 ਟਾਈਮ ਆ ਗਿਆ, ਤੇ ਇਹਦਾ ਆਨਸਰ ਆ ਜਾਏਗਾ 7। ਸੋ ਦਿਸ ਇਜ਼ ਆਵਰ ਕੁਐਸਚਨ ਕਿ ਅਗਰ ਸਾਡੇ ਕੋਲ n ਮਲਟੀਪਲ ਹੈ 7 ਦਾ ਤਾਂ ਸਮ ਆ ਜਾਏਗਾ 7, ਅਗਰ 7 ਦਾ ਮਲਟੀਪਲ ਨਹੀਂ ਹੈ ਤਾਂ ਸਮ ਆਏਗਾ 0। ਕਿਹੜੇ ਰੂਟਸ ਆ, x ਦੀ ਪਾਵਰ 7 ਇਜ਼ ਇਕੁਅਲ ਟੂ 1 ਦੇ ਰੂਟਸ ਦੀ nth ਪਾਵਰ ਦਾ। ਤਾਂ ਇੱਥੇ ਚੇਂਜ ਵੀ ਕਰ ਸਕਦੇ, ਇੱਥੇ x ਦੀ ਪਾਵਰ 6 ਇਜ਼ ਇਕੁਅਲ ਟੂ 1 ਲਿਖ ਸਕਦਾ, x ਦੀ ਪਾਵਰ 5 ਇਜ਼ ਇਕੁਅਲ ਟੂ 1 ਲਿਖ ਸਕਦਾ, ਤੇ ਕੁਐਸਚਨ ਜਿਹੜਾ ਬਾਕੀ ਉਹ ਸੇਮ ਰਹਿ ਸਕਦਾ ਹੈ। ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਸੋਲਵ ਕਰਨਾ।